ਨਾਨਕ ਸਿੰਘ ਦੇ ਕਹਾਣੀ ਸੰਗ੍ਰਹਿ ਵਿਸ਼ਵਾਸਘਾਤ ਵਿਚਲੀ ਕਹਾਣੀ। ਵਿਸ਼ਵਾਸਘਾਤ। ਦੀਪਕ ਦੀ ਲਾਟ ਜਿਹੜੀ ਹਜ਼ਾਰਾਂ ਝੱਖੜ ਝੋਲਿਆਂ ਵਿਚਾਲੇ ਲੱਟ ਲੱਟ ਬਲਦੀ ਰਹੀ ਸੀ, ਵਿਸ਼ਵਾਸਘਾਤੀ ਹਵਾ ਦਾ ਇੱਕ ਨਿੱਕਾ ਜਿਹਾ ਬੁੱਲਾ ਨਾ ਸਹਾਰ ਸਕੀ, ਬੁਝ ਗਈ। ਸਾਰੇ ਪਿੰਡ ਵਿੱਚ ਖਬਰ ਫੈਲ ਗਈ, ਉਸ ਦਾ ਹਾਰਟ ਫੇਲ ਹੋ ਗਿਆ। ਇੱਕ ਗੁਮਨਾਮ ਜਿਹੇ ਪਿੰਡ ਵਿੱਚ ਰਹਿੰਦੇ ਦੀਪਕ ਨੂੰ ਉਸ ਦੀ ਸ਼ਾਇਰੀ ਨੇ ਦੂਰ ਦਰਾਡੇ ਤੱਕ ਮਸ਼ਹੂਰ ਕਰ ਦਿੱਤਾ ਸੀ, ਪਰ ਆਪਣੇ ਪਿੰਡ ਵਿੱਚ ਉਸ ਦੀ ਕੋਈ ਕੀਮਤ ਨਹੀਂ ਸੀ। ਆਲੇ ਦੁਆਲੇ ਜਗਮਗਾਉਣ ਵਾਲਾ ਦੀਵਾ ਆਪਣੇ ਨਿੱਜੀ ਥਾਂ ਨੂੰ ਹਨੇਰਾ ਰੱਖਦਾ ਹੈ। ਕੁਦਰਤ ਦਾ ਸ਼ਾਇਦ ਇਹੋ ਅਸੂਲ ਹੈ। ਦੀਪਕ ਦਾ ਉਪਨਾਮ ਉਸ ਦੇ ਜੀਵਨ ਦੇ ਬਿਲਕੁਲ ਅਨੁਕੂਲ ਸੀ। ਦੀਪਕ ਹਰ ਵੇਲੇ ਸੜਦਾ ਰਹਿੰਦਾ, ਉਸ ਦੇ ਸਥੂਲ ਸਰੀਰ ਵਿੱਚ ਕੁਝ ਵੀ ਸੁਹੱਪਣ ਨਹੀਂ ਹੁੰਦਾ। ਮੈਲਾ ਥਿੰਦਾ ਚਿਪਚਿਪਾ ਜਿਹਾ ਕਾਲੇ ਤੇ ਬਦਸੂਰਤ ਮੂੰਹ ਵਾਲਾ ਦੀਵਾ, ਪਰ ਉਸ ਦੀ ਰੂਹ ਲਾਟ ਵਿੱਚ ਸੁੰਦਰਤਾ ਦੇ ਕਈ ਖਜ਼ਾਨੇ ਲੁਕੇ ਰਹਿੰਦੇ ਹਨ। ਸ਼ਾਇਦ ਇਸੇ ਕਰਕੇ ਭਗਤਾਂ ਦੀਆਂ ਬਹੀਰਾਂ ਉਸ ਉੱਤੇ ਆਪਣਾ ਜੀਵਨ ਬਲੀਦਾਨ ਕਰ ਦਿੰਦੀਆਂ ਹਨ। ਬਾਹਰਲੇ ਲੋਕੀ ਦੀਪਕ ਨੂੰ ਉਸ ਦੀ ਕਵਿਤਾ ਵਿੱਚੋਂ ਦੇਖਦੇ ਸਨ, ਪਰ ਪਿੰਡ ਦੇ ਲੋਕੀ ਉਸ ਦੇ ਸਰੀਰ ਵਿੱਚੋਂ। ਉਸ ਦੀ ਪੁਰਸੋਜ਼ ਤੇ ਦਿਲ ਵਿਨਵੀ ਕਵਿਤਾ ਨੂੰ ਪੜ੍ਹ ਕੇ ਲੋਕੀ ਵਜਦ ਵਿੱਚ ਆ ਕੇ ਝੂਮਣ ਲੱਗ ਪੈਂਦੇ ਸਨ। ਉਸ ਦੀ ਕੋਈ ਸਤਰ ਐਸੀ ਨਹੀਂ ਸੀ ਹੁੰਦੀ ਜਿਹੜੀ ਅੱਖਾਂ ਵਿੱਚ ਹੰਝੂ ਤੇ ਗਲੇ ਵਿੱਚ ਗੱਚ ਨਾ ਲਿਆਵੇ। ਲੋਕੀ ਰਸ ਕਰਦੇ ਸਨ, ਖਬਰੇ ਦੀਪਕ ਕਿੱਡਾ ਖੁਸ਼ਨਸੀਬ ਹੋਵੇਗਾ। ਪਰ ਕੀ ਉਹ ਸੱਚਮੁੱਚ ਖੁਸ਼ਨਸੀਬ ਸੀ? ਆਪਣੇ ਅੰਦਰਲੇ ਦੀ ਅੱਗ ਨਾਲ ਹਰ ਵੇਲੇ ਸੜਨ ਵਾਲੀ ਚੀਜ਼ ਕਦੇ ਖੁਸ਼ਨਸੀਬ ਹੋ ਸਕਦੀ ਹੈ? ਉਹ ਇੱਕ ਬਦਨਸੀਬ ਸੀ, ਇੱਕ ਨਾਮੁਰਾਦ ਤੇ ਮਾਯੂਸ ਜਿਹੀ ਜ਼ਿੰਦਗੀ। ਦੀਪਕ ਦਾ ਰੰਗ ਰੂਪ ਤੇ ਉਸਦੀ ਸਰੀਰਕ ਬਣਤਰ ਐਸੀ ਜਿਹੜੀ ਕਿਸੇ ਵੀ ਅੱਖ ਨੂੰ ਆਪਣੇ ਵੱਲ ਨਹੀਂ ਸੀ ਖਿੱਚ ਸਕਦੀ। ਕੀ ਘਰ ਤੇ ਕੀ ਪਿੰਡ ਦੇ ਲੋਕੀ ਸਭ ਲਈ ਦੀਪਕ ਇੱਕ ਅਣਭਾਉਂਦੀ ਚੀਜ਼ ਸੀ। ਗਲੀ ਵਿੱਚੋਂ ਲੰਘਦਿਆਂ ਮੁਟਿਆਰਾਂ ਕਈ ਵਾਰੀ ਉਸ ਨੂੰ ਵੇਖ ਕੇ ਮੂੰਹ ਫੇਰ ਲੈਂਦੀਆਂ ਸਨ। ਬੱਤੀ ਮੁੱਕਣ ਤੋਂ ਪਹਿਲਾਂ ਹੀ ਦੀਪਕ ਦੀ ਆਤਮਾ ਬੁੱਝ ਜਾਂਦੀ। ਜੇ ਉਸ ਪਾਸ ਦੋ ਚੀਜ਼ਾਂ ਨਾ ਹੁੰਦੀਆਂ, ਇੱਕ ਸ਼ਾਇਰੀ ਦੀ ਦੌਲਤ ਤੇ ਦੂਜਾ ਉਸ ਦਾ ਦੋਸਤ ਮਹਿੰਦਰ। ਕਵਿਤਾ ਉਸ ਦੀ ਪ੍ਰੇਮਿਕਾ ਸੀ, ਜਿਸ ਨਾਲ ਉਹ ਹੱਸਦਾ ਖੇਡਦਾ ਰੁੱਸਦਾ ਤੇ ਕਦੇ ਕਦੇ ਉਸ ਦੀਆਂ ਨਾਜ਼ ਬਰਦਾਰੀਆਂ ਵੀ ਕਰਦਾ ਸੀ। ਉਹ ਜਦ ਕਵਿਤਾ ਲਿਖਣ ਬੈਠਦਾ ਤਾਂ ਆਪਣੇ ਆਪ ਨੂੰ ਇੱਕ ਸਰੂਰ ਜੇ ਦੀ ਹਾਲਤ ਵਿੱਚ ਅਨੁਭਵ ਕਰਦਾ ਸੀ, ਤੇ ਇਹੋ ਹੁੰਦੀਆਂ ਸਨ ਉਸ ਦੇ ਸੁੰਨਸਾਨ ਜੀਵਨ ਦੀਆਂ ਸੁਨਹਿਰੀ ਘੜੀਆਂ। ਜਾਂ ਫਿਰ ਮਹਿੰਦਰ ਦੀ ਸੰਗਤ ਵਿੱਚੋਂ ਉਸ ਨੂੰ ਕੁਝ ਤਰਵਾਸ ਮਿਲਦਾ ਸੀ। ਫਿਰ ਵੀ ਕਦੇ ਕਦੇ ਦੀਪਕ ਉਦਾਸ ਹੋ ਜਾਂਦਾ ਸੀ। ਇਹ ਉਦਾਸੀ ਦਿਨਾਂ ਉੱਤੇ ਹਫ਼ਤਿਆਂ ਬੱਧੀ ਉਸ ਉੱਤੇ ਛਾਈ ਰਹਿੰਦੀ ਸੀ। ਉਸ ਦਾ ਦੋਸਤ ਮਹਿੰਦਰ ਇੱਕ ਅਮੀਰ ਘਰਾਣੇ ਦਾ ਗੱਭਰੂ ਸੀ, ਰਿਸ਼ਟ ਪੁਸ਼ਟ, ਸੋਹਣਾ ਸੁਨੱਖਾ ਤੇ ਹਸਮੁਖ। ਉਸ ਦੀ ਮਿੱਠੀ ਮੁਸਕਰਾਹਟ ਕਈਆਂ ਅਲੜ ਦਿਲਾਂ ਲਈ ਕਦੇ ਕਦੇ ਜਾਲ ਦਾ ਕੰਮ ਕਰ ਜਾਂਦੀ ਸੀ। ਉਹ ਲਾਹੌਰ ਦੇ FC ਕਾਲਜ ਵਿੱਚ ਪੜ੍ਹਦਾ ਸੀ ਤੇ ਅੱਜ ਕੱਲ੍ਹ ਗਰਮੀਆਂ ਦੀਆਂ ਛੁੱਟੀਆਂ ਆਪਣੇ ਪਿੰਡ ਰਹਿ ਕੇ ਬਿਤਾ ਰਿਹਾ ਸੀ। ਮਹਿੰਦਰ ਦੀ ਆਤਮਾ ਜਿਵੇਂ ਦੀਪਕ ਵਿੱਚ ਅਭੇਦ ਹੋ ਚੁੱਕੀ ਸੀ। ਅਮੀਰ ਹੁੰਦਾ ਹੋਇਆ ਵੀ ਉਹ ਗਰੀਬ ਦੀਪਕ ਲਈ ਜਾਨ ਦਿੰਦਾ ਸੀ। ਕਦੇ ਕਦੇ ਜਦੋਂ ਦੀਪਕ ਨੂੰ ਬਹੁਤ ਉਦਾਸ ਵੇਖਦਾ ਤਾਂ ਕਹਿੰਦਾ, ਕਾਸ਼ ਦੀਪਕ, ਕਦੇ ਤੂੰ ਆਪਣੀ ਤਾਕਤ ਦਾ ਅੰਦਾਜ਼ਾ ਲਾ ਸਕਦੇ ਹੋ? ਤੂੰ ਨਹੀਂ ਜਾਣਦਾ ਕਿ ਦੁਨੀਆ ਲਈ ਤੂੰ ਕਿੱਡੀ ਵੱਡੀ ਕੀਮਤੀ ਚੀਜ਼ ਹੈ, ਪਰ ਫਿਰ ਵੀ ਤੂੰ ਹਮੇਸ਼ਾ ਆਪਣੀ ਕਿਸਮਤ ਨੂੰ ਕੋਸਦਾ ਰਹਿੰਦਾ ਹੈ। ਮਹਿੰਦਰ ਦੇ ਇਹ ਦਰਦ ਤੇ ਪਿਆਰ ਭਰੇ ਵਾਕ ਦੀਪਕ ਦੀ ਡਾਵਾਡੋਲ ਆਤਮਾ ਨੂੰ ਨਿੱਘ ਜ਼ਰੂਰ ਦਿੰਦੇ, ਪਰ ਉਸੇ ਤਰ੍ਹਾਂ ਦਾ ਜਿਵੇਂ ਪਿਆਸੇ ਆਦਮੀ ਨੂੰ ਸੁਪਨੇ ਵਿੱਚ ਮਿਲਿਆ ਹੋਇਆ ਪਾਣੀ। ਕਈ ਵਾਰ ਦੀਪਕ ਆਪਣੇ ਆਪ ਪਾਸੋਂ ਆਪਣੀ ਉਦਾਸੀ ਦਾ ਕਾਰਨ ਪੁੱਛਦਾ, ਪਰ ਕਦੇ ਵੀ ਉਸ ਨੂੰ ਸਮਝ ਨਾ ਆ ਸਕੀ ਕਿ ਜਿਹੜੀ ਚੀਜ਼ ਦੀ ਘਾਟ ਉਸ ਨੂੰ ਹਰ ਵੇਲੇ ਨਿੰਮੋ ਝੂਣਾ ਬਣਾਈ ਰੱਖਦੀ ਹੈ। ਕਦੇ ਕਦੇ ਜਦ ਵਿਹੜੇ ਵਿੱਚ ਲੱਗੇ ਹੋਏ ਅੰਬ ਦੇ ਦਰਖਤ ਤੋਂ ਉਸ ਨੂੰ ਕੋਇਲ ਦੀ ਕੂ ਕੂ ਸੁਣਾਈ ਦਿੰਦੀ ਤਾਂ ਉਸ ਦੇ ਦਿਲ ਸਾਗਰ ਵਿੱਚ ਜਵਾਹਰ ਭਾਟਾ ਜਿਹਾ ਆ ਜਾਂਦਾ। ਚੰਨ ਦੀ ਚਾਨਣੀ, ਬੱਦਲਾਂ ਦੀ ਕਨਕੋਰ, ਫੁੱਲਾਂ ਦੀ ਖੁਸ਼ਬੂ ਤੇ ਪ੍ਰਭਾਤ ਪੰਛੀਆਂ ਦੇ ਮਧੁਰ ਗੀਤ, ਇਹ ਚੀਜ਼ਾਂ ਬਾਜ਼ੇ ਬਾਜ਼ੇ ਵੇਲੇ ਉਸ ਨੂੰ ਪਾਗਲ ਨਹੀਂ ਤਾਂ ਅੱਧ ਪਾਗਲ ਜ਼ਰੂਰ ਬਣਾ ਦਿੰਦੀਆਂ ਸਨ। ਉਸ ਦੇ ਸਖਣੇ ਤੇ ਬੇਸਾਸ ਹਿਰਦੇ ਅੰਦਰ ਜਿਵੇਂ ਖਲਾਅ ਜਿਹਾ ਪੈਦਾ ਹੋ ਜਾਂਦਾ ਤੇ ਉਹ ਬਰਾਬਰ ਸੋਚਦਾ, ਇਹ ਕੀ ਹੈ, ਕਿਉਂ ਹੈ? ਦੀਪਕ ਆਪਣੀ ਹਰ ਇੱਕ ਕਵਿਤਾ ਪਹਿਲਾਂ ਮਹਿੰਦਰ ਨੂੰ ਸੁਣਾ ਕੇ ਫਿਰ ਕਿਸੇ ਰਸਾਲੇ ਨੂੰ ਭੇਜਿਆ ਕਰਦਾ ਸੀ। ਇੱਕ ਦਿਨ ਉਸਨੇ ਇੱਕ ਕਵਿਤਾ ਲਿਖੀ ਜਿਸ ਦਾ ਸਿਰਲੇਖ ਸੀ ਮੇਰੀ ਆਤਮਾ। ਉਸਨੇ ਸਦਾ ਵਾਂਗ ਇਹ ਮਹਿੰਦਰ ਨੂੰ ਸੁਣਾਉਣੀ ਸ਼ੁਰੂ ਕੀਤੀ। ਕਵਿਤਾ ਦਾ ਭਾਵ ਇਹ ਸੀ, ਓ ਮੇਰੀ ਨਿਰਾਸ਼ ਤੇ ਇਕੱਲੀ ਆਤਮਾ, ਤੂੰ ਕੀ ਚਾਹੁੰਦੀ ਹੈ? ਅਮੀਰੀ ਤੇ ਐਸ਼, ਪਰ
ਕੀ ਤੂੰ ਨਹੀਂ ਜਾਣਦੀ ਕਿ ਇਸ ਦੇ ਚੁਫੇਰੇ ਖੁਦਗਰਜ਼ੀ ਦੀ ਗੰਦਗੀ ਤੇ ਹੰਕਾਰ ਦੀ ਸਣਿਆਂਦ ਭਰਿਆ ਡੂੰਘਾ ਦਲਦਲ ਹੈ? ਤਾਂ ਫਿਰ ਹੋਰ ਕੀ ਮੰਗਦੀ ਹੈ ਇੱਜ਼ਤ? ਪਰ ਇਸ ਦੇ ਮਗਰ ਈਰਖਾ ਦੇ ਕੁੱਤੇ ਦੰਦੀਆਂ ਚੜਾਈ ਫਿਰ ਰਹੇ ਹਨ। ਹੋਰ ਕੀ ਹੁਸਨ? ਆ ਮੇਰੀ ਭੋਲੀ ਆਤਮਾ, ਇਸ ਦੀਆਂ ਚਮਕੀਲੀਆਂ ਕੰਨੀਆਂ ਉੱਤੇ ਵਿਸ਼ਵਾਸਘਾਤ ਦਾ ਰੰਗ ਹੈ ਜਿਹੜਾ ਬਹੁਤ ਚਿਰ ਨਹੀਂ ਹੰਢਦਾ। ਕੀ ਇੱਕ ਪਿਆਰ ਛਲਕਦਾ ਹਿਰਦਾ, ਕਿਸੇ ਸੁੰਦਰੀ ਦੇ ਵੀਣਾ ਕੰਠ ਵਿੱਚੋਂ ਨਿਕਲੀ ਹੋਈ ਪ੍ਰਸ਼ੰਸਾ। ਆਹ ਮੇਰੀ ਬਦਨਸੀਬ ਆਤਮਾ, ਬੰਦ ਕਰ ਇਸ ਬੇਸੁਰੇ ਰਾਗ ਨੂੰ ਆਪਣੇ ਆਪ ਦਾ ਤੇ ਆਪਣੀ ਇਸ ਬੇਹੂਦਾ ਮੰਗ ਦਾ ਠਾਕਰਾ ਕਰ ਤੇ ਸੋਚ ਤੂੰ ਕੀ ਮੰਗ ਰਹੀ ਹੈ। ਇਹ ਸਭ ਕੁਝ ਤੇਰੇ ਲਈ ਨਹੀਂ ਬਣਿਆ। ਤੇਰੀ ਦੁਨੀਆ ਹੈ ਉਸ ਦੁਨੀਆ ਤੋਂ ਬਹੁਤ ਦੂਰ, ਇਕੱਲੀ ਤੇ ਸੁੰਨਸਾਨ ਦੁਨੀਆ, ਬੇਸਾਥ ਤੇ ਨਿਰਾਸ਼ ਦੁਨੀਆ। ਮਹਿੰਦਰ ਨੇ ਇਹ ਕਵਿਤਾ ਸੁਣੀ ਤੇ ਸੁਣ ਕੇ ਤੜਪ ਉੱਠਿਆ, ਪਰ ਅੱਗ ਵਾਂਗ ਅੱਜ ਉਸ ਦੇ ਮੂੰਹੋਂ ਸ਼ਲਾਘਾ ਭਰੇ ਵਾਕਾਂ ਦੀ ਥਾਂ ਸਿਰਫ ਇਹ ਸ਼ਬਦ ਨਿਕਲੇ, ਦੀਪਕ ਕਾਸ਼ ਮੈਂ ਲੜਕੀ ਹੁੰਦਾ। ਤੇ ਇਸ ਤੋਂ ਬਾਅਦ ਇਹ ਕਵਿਤਾ ਜੀਵਨ ਰਸਾਲੇ ਨੂੰ ਭੇਜ ਦਿੱਤੀ ਗਈ। ਅੱਜ ਕਈਆਂ ਦਿਨਾਂ ਤੋਂ ਦੀਪਕ ਦੇ ਹਿਰਦੇ ਉੱਤੇ ਫੇਰ ਉਹੀ ਉਦਾਸੀ ਦੇ ਬੱਦਲ ਛਾਏ ਹੋਏ ਸਨ। ਉਹ ਪੁਰਾਣੀ ਤੇ ਅਸਾਧ ਬਿਮਾਰੀ ਮਹਿੰਦਰ ਦੀ ਕੋਈ ਕੋਸ਼ਿਸ਼ ਕਾਰਗਰ ਨਾ ਹੋ ਸਕੀ। ਇਸ ਵੇਲੇ ਉਹ ਮਹਿੰਦਰ ਦੇ ਘਰ ਉਸਦੇ ਸਜੇ ਹੋਏ ਕਮਰੇ ਵਿੱਚ ਬੈਠਾ ਸੀ। ਮਹਿੰਦਰ ਆਪਣੇ ਮਾਪਿਆਂ ਤੋਂ ਡਰਦਾ ਮਾਰਿਆ ਦੀਪਕ ਨੂੰ ਘੱਟ ਵੱਧ ਹੀ ਆਪਣੇ ਘਰ ਲਿਆਉਂਦਾ ਸੀ। ਸ਼ਾਇਦ ਉਸਦੇ ਮਾਪਿਆਂ ਨੂੰ ਇੱਕ ਅਮੀਰ ਤੇ ਗਰੀਬ ਅਥਵਾ ਸੋਹਣੇ ਤੇ ਸੋਹਣੇ ਦਾ ਸਾਥ ਪਸੰਦ ਨਹੀਂ ਸੀ। ਪਰ ਅੱਜ ਕਿਉਂਕਿ ਦੀਪਕ ਦੀ ਤਬੀਅਤ ਵਧੇਰੇ ਖਰਾਬ ਸੀ, ਉਹ ਉਸ ਦਾ ਦਿਲ ਠੀਕ ਕਰਨ ਲਈ ਆਪਣੇ ਘਰ ਲੈ ਆਇਆ। ਇਸ ਵੇਲੇ ਬਾਹਰੋਂ ਡਾਕੀਏ ਨੇ ਦੀਪਕ ਦਾ ਨਾਂ ਲੈ ਕੇ ਇੱਕ ਲਿਫਾਫਾ ਅੰਦਰ ਸੁੱਟਿਆ। ਕਿਸੇ ਸਮਾਲੋਚਕ ਵੱਲੋਂ ਪ੍ਰਸ਼ੰਸਾ ਜਾਂ ਕਿਸੇ ਐਡੀਟਰ ਵੱਲੋਂ ਕਵਿਤਾ ਦੀ ਮੰਗ ਹੋਵੇਗੀ, ਇਹ ਖਿਆਲ ਕਰਕੇ ਦੀਪਕ ਨੇ ਲਿਫਾਫਾ ਖੋਲ੍ਹਿਆ। ਪਰ ਅੰਦਰੋਂ ਜੋ ਕੁਝ ਨਿਕਲਿਆ, ਇਸ ਨੂੰ ਵੇਖ ਕੇ ਉਹ ਹੱਕਾ ਬੱਕਾ ਰਹਿ ਗਿਆ। ਚਿੱਠੀ ਦੀ ਇੱਕ ਤਹਿ ਵਿੱਚ 100 ਰੁਪਏ ਦਾ ਇੱਕ ਨੋਟ ਤੇ ਕਿਸੇ ਮੁਟਿਆਰ ਦੀ ਇੱਕ ਫੋਟੋ। ਮਹਿੰਦਰ ਇਸ ਵੇਲੇ ਕਮਰੇ ਵਿੱਚ ਨਹੀਂ ਸੀ। ਦੀਪਕ ਨੇ ਧੜਕਦੇ ਦਿਲ ਨਾਲ ਚਿੱਠੀ ਪੜ੍ਹਨੀ ਸ਼ੁਰੂ ਕੀਤੀ। ਜਮਸ਼ੇਦਪੁਰ 5740। ਮੇਰੇ ਦੀਪਕ ਜੀ, ਕੀ ਖਿਮਾ ਨਹੀਂ ਕਰੋਗੇ ਜੇ ਅਣਜਾਣ ਕੁੜੀ ਤੁਹਾਡੇ ਨਾਂ ਨਾਲ ਮੇਰੇ ਵਿਸ਼ਲੇਸ਼ਣ ਲਾ ਰਹੀ ਹੈ ਕਿ ਇੱਕ ਜਿਗਿਆਸੂ ਦਾ ਹੱਕ ਨਹੀਂ ਕਿ ਉਹ ਆਪਣੇ ਗੁਰੂਦੇਵ ਨੂੰ ਮੇਰਾ ਕਹਿ ਕੇ ਸੰਬੋਧਨ ਕਰੇ। ਮੈਂ ਬਹੁਤ ਚਿਰ ਤੋਂ ਤੁਹਾਨੂੰ ਗੁਰੂ ਭਾਵਨਾ ਨਾਲ ਵੇਖਦੀ ਸਾਂ। ਤੁਹਾਡੀ ਹਰ ਕਵਿਤਾ ਮੇਰੇ ਦਿਲ ਦੀ ਕਿਤਾਬ 'ਤੇ ਲਿਖੀ ਪਈ ਹੈ। ਤੁਹਾਡੀਆਂ ਰਚਨਾਵਾਂ ਨੇ ਮੇਰੇ ਜੀਵਨ ਨੂੰ ਪਲਟ ਦਿੱਤਾ ਹੈ। ਮੈਂ ਇੱਕ ਅਮੀਰ ਘਰਾਣੇ ਦੀ ਜੰਮਪਲ ਹਾਂ, ਪਰ ਤੁਹਾਡੀਆਂ ਕਵਿਤਾਵਾਂ ਨੇ ਮੈਨੂੰ ਅਮੀਰੀ ਤੋਂ ਘ੍ਰਿਣਤ ਕਰ ਦਿੱਤਾ ਹੈ। ਇੱਕ ਗਰੀਬ ਕਵੀ ਦੀ ਅਮੀਰ ਆਤਮਾ ਨੇ ਮੇਰੇ ਅੰਦਰ ਇਨਕਲਾਬ ਲੈ ਆਂਦਾ ਹੈ। ਮੈਂ ਹਮੇਸ਼ਾ ਆਪਣੇ ਉਸ ਬਾਦਸ਼ਾਹ ਦਿਲ ਵਾਲੇ ਕਵੀ ਦੀ ਆਤਮਾ ਵਿੱਚ ਝਾਤੀਆਂ ਪਾਪਾ ਵੇਖਦੀ ਰਹੀ ਹਾਂ, ਪਰ ਤੁਹਾਡੀ ਰਸਾਲਾ ਜੀਵਨ ਵਿੱਚ ਛਪੀ ਹੋਈ ਐਤਕਾਂ ਦੀ ਕਵਿਤਾ ਮੇਰੀ ਆਤਮਾ ਨੇ ਤਾਂ ਮੇਰੀ ਆਤਮਾ ਨੂੰ ਝੰਜੋੜੀ ਸੁੱਟਿਆ। ਮੈਂ ਸਮਝ ਰਹੀ ਹਾਂ ਕਿ ਤੁਹਾਡੀ ਆਤਮਾ ਕੀ ਮੰਗਦੀ ਹੈ। ਸ਼ਾਇਦ ਮੇਰੀ ਆਤਮਾ ਦੀ ਮੰਗ ਵੀ ਉਸ ਨਾਲ ਇੱਕ ਸੁਰ ਹੋ ਕੇ ਉਹੀ ਕੁਝ ਮੰਗ ਰਹੀ ਹੈ। ਇੱਕ ਉੱਚ ਆਤਮਾ ਕਵੀ ਦਾ ਪਵਿੱਤਰ ਪ੍ਰੇਮ। ਉਹ ਮੇਰੇ ਕਵੀ, ਕਿ ਤੂੰ ਸੱਚਮੁੱਚ ਉਹ ਕੁਝ ਹੈ ਜੋ ਤੈਨੂੰ ਮੇਰੀ ਆਤਮਾ ਵਿੱਚੋਂ ਦਿਸਿਆ? ਕਿ ਤੇਰੀ ਆਤਮਾ ਸੱਚਮੁੱਚ ਉਹ ਚੀਜ਼ ਤੇਰੇ ਚਰਨਾਂ ਵਿੱਚ ਭੇਟ ਕਰਨ ਲਈ ਕਿਸੇ ਜਿਗਿਆਸੂ ਨੇ ਚਿਰਾਂ ਤੋਂ ਸਾਂਭ ਕੇ ਰੱਖੀ ਹੋਈ ਹੈ? ਤਾਂ ਲੈ ਮੇਰੇ ਗੁਰੂਦੇਵ, ਇਸ ਨੂੰ ਪ੍ਰਵਾਨ ਕਰ। ਸ਼ਾਇਦ ਮੈਂ ਸੁੰਦਰੀਆਂ ਵਿੱਚੋਂ ਨਾ ਹੋਵਾਂ, ਸ਼ਾਇਦ ਮੇਰੀ ਆਵਾਜ਼ ਵੀਣਾ ਵਰਗੀ ਨਾ ਹੋਵੇ, ਪਰ ਪਿਆਰ ਛਲਕਦਾ ਹਿਰਦਾ ਇਹ ਮੇਰੇ ਕੋਲ ਹੈ। ਅਤੇ ਅੱਜ ਇਸ ਨੂੰ ਆਪਣੇ ਗੁਰੂਦੇਵ ਦੀ ਭੇਟਾ ਕਰਦੀ ਹਾਂ, ਜੇ ਕਬੂਲਿਆ ਜਾ ਸਕੇ। ਕਿ ਮੇਰੀ ਦਰਸ਼ਨ ਸਿੱਖ ਨੂੰ ਪੂਰਿਆਂ ਕਰ ਲਈ ਮੈਨੂੰ ਡਲਹੌਜ਼ੀ ਪਹਾੜ 'ਤੇ, ਜਿੱਥੇ ਮੈਂ ਆਪਣੀ ਮਾਤਾ ਜੀ ਨਾਲ ਜਾ ਰਹੀ ਹਾਂ, ਆ ਕੇ ਮਿਲ ਸਕੋਗੇ? ਦਿਲ ਕਹਿੰਦਾ ਕਿ ਤੁਹਾਡਾ ਮਨ ਇੰਨਾ ਕਠੋਰ ਨਹੀਂ ਹੋਵੇਗਾ ਕਿ ਤੁਸੀਂ ਮੇਰੀ ਮਿਲਣ ਪ੍ਰਾਰਥਨਾ ਨੂੰ ਠੁਕਰਾ ਦਿਓ। ਪਿਆਰ ਸਹਿਤ ਤੁਹਾਡੀ ਰੂਪ ਕੁਮਾਰੀ, ਸਪੁੱਤਰੀ ਰਾਏ ਸਾਹਿਬ ਦੀਨ ਦਿਆਲ, ਮੈਜਿਸਟ੍ਰੇਟ ਦਰਜਾ ਅਵਲ, ਹਾਲ 57 ਬਕਰੋਟਾ ਰੋਡ, ਡਲਹੌਜ਼ੀ। ਚਿੱਠੀ ਪੜ੍ਹਦਿਆਂ ਦੀਪਕ ਨੂੰ ਪਤਾ ਨਾ ਲੱਗਾ ਕਿ ਕਿਹੜੇ ਵੇਲੇ ਦਾ ਮਹਿੰਦਰ ਕਮਰੇ ਵਿੱਚ ਆ ਕੇ ਉਸ ਦੇ ਪਿੱਛੇ ਖੜਾ ਸੀ, ਜਿਸ ਦੀਆਂ ਅੱਖਾਂ ਬਰਾਬਰ ਉਸ ਫੋਟੋ ਉੱਤੇ ਗੱਡੀਆਂ ਹੋਈਆਂ ਸਨ। 20-22 ਵਰ੍ਹਿਆਂ ਦੀ ਪਤਲੀ ਤੇ ਸਨਿਮਰ ਜਿਹੀ ਹਸੀਨਾ ਅੱਖਾਂ ਥਾਣੀ ਮਹਿੰਦਰ ਦੇ ਦਿਲ ਵਿੱਚ ਉਤਰਦੀ ਜਾ ਰਹੀ ਸੀ। ਚਿੱਠੀ ਖਤਮ ਕਰਨ ਤੋਂ ਬਾਅਦ ਦੀਪਕ ਦੀਆਂ ਅੱਖਾਂ ਤੇ ਚਿਹਰੇ ਉੱਤੇ ਇੱਕ ਅਦੁੱਤੀ ਖੇੜਾ ਸੀ। ਉਸ ਨੂੰ ਆਪਣਾ ਸਿਰ ਘੁੰਮਦਾ ਮਾਲੂਮ ਹੁੰਦਾ ਸੀ। ਮਹਿੰਦਰ ਨੇ ਪਿੱਛੇ ਖਲੋਤਿਆਂ ਚਿੱਠੀ ਪੜ੍ਹ ਲਈ ਸੀ। ਉਹ ਦੀਪਕ ਦਾ ਮੋਢਾ ਟੁੰਬ ਕੇ ਬੋਲਿਆ, ਕਿਉਂ ਮਿਸਟਰ, ਮੈਂ ਨਹੀਂ ਸਾ ਕਹਿੰਦਾ ਕਿ ਤੇਰੀ ਕਿਸਮਤ ਦਾ ਸਿਤਾਰਾ ਚਮਕਣ ਵਾਲਾ? ਵੇਖਤੇ ਸੀ ਜਿਵੇਂ ਕੋਈ ਪਰੀ ਕੋਹ ਕਾਫ ਤੋਂ ਉਤਰੀ ਹੋਈ ਹੈ।
ਮਹਿੰਦਰ ਦੀਆਂ ਅੱਖਾਂ ਬਰਾਬਰ ਫੋਟੋ ਉੱਤੇ ਗੱਡੀਆਂ ਹੋਈਆਂ ਸਨ। ਆਪਣੇ ਅੰਦਰਲੇ ਦੀ ਬੇਆਰਾਮੀ ਨੂੰ ਦਬਾਉਂਦਾ ਹੋਇਆ ਮਹਿੰਦਰ ਬੋਲਿਆ, ਚਲੋ, ਨਾਲੇ ਮੁੰਜ ਬਗੜ ਦਾ ਸੌਦਾ, ਨਾਲੇ ਗੰਗਾ ਦਾ ਇਸ਼ਨਾਨ। ਕਦੋਂ ਚੱਲਣਾ ਹੀ? ਸ਼ਾਇਦ ਮੇਰੀ ਵੀ ਸਲਾਹ ਬਣ ਜਾਵੇ। ਛੁੱਟੀਆਂ ਵੀ ਅਜੇ 1.5 ਮਹੀਨਾ ਬਾਕੀ ਨੇ। ਬਾਪੂ ਹੋਰਾਂ ਦੀ ਬਿਮਾਰੀ ਕਰਕੇ ਨਹੀਂ ਸਾਂ ਜਾ ਸਕਿਆ, ਪਰ ਅੱਜ ਤੇਰੀ ਸਲਾਹ ਚੱਲਣ ਦੀ ਹੋਵੇ। ਤੇ ਉਹ ਗੱਲ ਕਰਦਾ ਕਰਦਾ ਰੁਕ ਗਿਆ। ਦੀਪਕ ਦਾ ਚਿਹਰਾ ਉਤਰਦਾ ਜਾ ਰਿਹਾ ਸੀ। ਕੇਵਲ ਇੱਕੋ ਵਾਰੀ ਕਿਸੇ ਸਫਲਤਾ ਦੀ ਝਲਕ ਉਸਦੇ ਝਟਪਟ ਅਲੋਪ ਹੋ ਚੁੱਕੀ ਸੀ। ਹੈ ਕੀ ਹੋ ਗਿਆ ਈ? ਮਹਿੰਦਰ ਨੇ ਸਹਿਮਤੀ ਜੀ ਆਵਾਜ਼ ਵਿੱਚ ਪੁੱਛਿਆ। ਕੁਝ ਨਹੀਂ, ਕੁਝ ਨਹੀਂ। ਦੀਪਕ ਨੇ ਆਪਣੇ ਆਪ ਨੂੰ ਠੀਕ ਕਰਕੇ, ਹਾਂ ਹਾਂ ਜ਼ਰੂਰ ਚੱਲਾਂਗੇ, ਹੋ ਸਕੇ ਤਾਂ ਪਰਸੋਂ ਹੀ। ਪਰ ਤੂੰ ਖੁਸ਼ ਨਹੀਂ ਜਾਪਦਾ ਦੀਪਕ, ਉਸਨੇ ਪੁੱਛਿਆ ਤੇ ਨਜ਼ਰ ਉਸਦੀ ਬਰਾਬਰ ਫੋਟੋ ਉੱਤੇ ਸੀ। ਨਹੀਂ ਨਹੀਂ, ਮੈਂ ਬਿਲਕੁਲ ਠੀਕ ਹਾਂ। ਦੀਪਕ ਨੇ ਉਸ ਨੂੰ ਢਾਲ ਦਿੱਤਾ ਤੇ ਇਸੇ ਘੜੀ ਤੋਂ ਪਹਾੜ ਜਾਣ ਦੀ ਤਿਆਰੀ ਹੋਣ ਲੱਗੀ। ਦੂਜੇ ਦਿਨ ਦੋਹਾਂ ਦੇ ਡਲਹੌਜ਼ੀ ਜਾਣ ਦਾ ਪ੍ਰੋਗਰਾਮ ਪੱਕਾ ਹੋ ਗਿਆ। ਰਾਤ ਨੂੰ ਜਦ ਮਹਿੰਦਰ ਦੀਪਕ ਪਾਸ ਆਇਆ ਤਾਂ ਉਸਨੇ ਵੇਖਿਆ ਦੀਪਕ ਆਪਣੇ ਬੰਨੇ ਹੋਏ ਸਮਾਨ ਨੂੰ ਮੁੜ ਖੋਲ੍ਹ ਰਿਹਾ ਸੀ। ਹੈ ਇਹ ਕੀ? ਮਹਿੰਦਰ ਨੇ ਹੈਰਾਨੀ ਨਾਲ ਪੁੱਛਿਆ। ਕੁਝ ਨਹੀਂ, ਕਹਿ ਕੇ ਦੀਪਕ ਚੁੱਪ ਹੋ ਗਿਆ ਤੇ ਫਿਰ ਬੋਲਿਆ, ਮਹਿੰਦਰ, ਇੱਕ ਗੱਲ ਮੰਨੇਗਾ? ਦੱਸ, ਇਕਰਾਰ ਕਰ। ਅੱਗੇ ਕਦੇ ਇਨਕਾਰ ਕੀਤਾ ਹੈ? ਮਹਿੰਦਰ, ਤੈਨੂੰ ਇਕੱਲੇ ਡਲਹੌਜ਼ੀ ਜਾਣਾ ਪਵੇਗਾ। ਮੈਂ ਸ਼ਾਇਦ ਨਾ ਜਾ ਸਕਾਂ। ਤੂੰ ਸ਼ਾਇਦ ਨਾ ਜਾ ਸਕੇ? ਮਹਿੰਦਰ ਨੇ ਉਸਦੇ ਉਤਰੇ ਹੋਏ ਚਿਹਰੇ ਵੱਲ ਤੱਕ ਕੇ ਹੈਰਾਨੀ ਨਾਲ ਪੁੱਛਿਆ। ਇਸ ਦਾ ਕੀ ਮਤਲਬ? ਮੈਂ ਰੂਪ ਕੁਮਾਰੀ ਦੇ ਸਾਹਮਣੇ ਨਹੀਂ ਹੋਣਾ ਚਾਹੁੰਦਾ। ਕਿਉਂ? ਉਸ ਨੂੰ ਮੈਂ ਮਾਯੂਸ ਨਹੀਂ ਕਰਨਾ ਚਾਹੁੰਦਾ। ਇਸ ਤਰ੍ਹਾਂ ਕਰਨ ਨਾਲ ਉਸਦੀ ਤਸੱਬਰ ਦੀ ਦੁਨੀਆ ਬਰਬਾਦ ਹੋ ਜਾਵੇਗੀ। ਮੇਰੀ ਸ਼ਕਲ ਵੇਖਦਿਆਂ ਉਸਦੇ ਸਾਰੇ ਸੁਪਨੇ ਖਿੰਡ ਜਾਣਗੇ। ਉਸ ਦੀਆਂ ਉਮੀਦਾਂ ਦਾ ਖੂਨ ਹੋ ਜਾਏਗਾ। ਮੈਂ ਉਸ ਨੂੰ ਪਿਆਰ ਕਰਦਾ। ਮੈਂ ਇੱਕ ਪੁਜਾਰੀ ਵਾਂਗ ਪਵਿੱਤਰ ਭਾਵਨਾ ਨਾਲ ਉਸ ਦੇਵੀ ਦੀ ਪੂਜਾ ਕਰਦਾ। ਉਸ ਦੇ ਭਵਿੱਖ ਨੂੰ ਨਸ਼ਟ ਕਰਦਿਆਂ ਇਹ ਮੈਥੋਂ ਨਹੀਂ ਹੋ ਸਕਦਾ। ਦੀਪਕ, ਦੀਪਕ, ਇਹ ਤੂੰ ਕੀ ਕਹਿ ਰਿਹਾ? ਮਹਿੰਦਰ ਨੇ ਇੱਕ ਵਾਰੀ ਦੀਪਕ ਵੱਲ ਤੇ ਇੱਕ ਵੇਰਾਂ ਕੰਧ ਨਾਲ ਲੱਗੀ ਉਸ ਸੁੰਦਰੀ ਦੀ ਤਸਵੀਰ ਵੱਲ ਤੱਕ ਕੇ ਕਿਹਾ। ਮਹਿੰਦਰ, ਦੀਪਕ ਨੇ ਸ਼ਾਇਦ ਦਿਲ ਦੀ ਤਰਾਟ ਨੂੰ ਰੋਕਦਿਆਂ ਹੋਇਆਂ ਕਿਹਾ, ਰੂਪ ਕੁਮਾਰੀ ਪਾਸ ਜਾ ਕੇ ਤੈਨੂੰ ਮੇਰਾ ਪਾਠ ਅਦਾ ਕਰਨਾ ਪਵੇਗਾ। ਮੇਰੀਆਂ ਕਵਿਤਾਵਾਂ ਦੀਆਂ ਜਿੰਨੀਆਂ ਕਾਪੀਆਂ ਨੇ ਸਾਰੀਆਂ ਤੂੰ ਨਾਲ ਲੈ ਜਾਈਂ। ਇਹਨਾਂ ਦੀ ਮਦਦ ਨਾਲ ਤੂੰ ਆਪਣੇ ਆਪ ਨੂੰ ਦੀਪਕ ਜ਼ਾਹਰ ਕਰਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਸਕੇਗਾ। ਤੇ ਦੂਜੇ ਦਿਨ ਮਹਿੰਦਰ ਨੂੰ ਗੱਡੀ ਚੜ੍ਹਾਉਣ ਵੇਲੇ ਜਦ ਦੀਪਕ ਨੇ ਹੱਥ ਮਿਲਾਇਆ ਤਾਂ ਮਹਿੰਦਰ ਨੂੰ ਇਹ ਹੱਥ ਠੰਡੀ ਮੂਲੀ ਵਰਗਾ ਲੱਗਾ ਤੇ ਇਸ ਦੇ ਕਾਂਬੇ ਨੂੰ ਵੀ ਉਸਨੇ ਸਪਸ਼ਟ ਮਹਿਸੂਸ ਕੀਤਾ। 1.5 ਦੀ ਥਾਂ 2 ਮਹੀਨੇ ਪਹਾੜ 'ਤੇ ਕੱਟ ਕੇ ਜਦ ਮਹਿੰਦਰ ਵਾਪਸ ਮੁੜਿਆ ਤਾਂ ਦੀਪਕ ਵੱਲ ਤੱਕ ਕੇ ਉਹ ਹੈਰਾਨ ਰਹਿ ਗਿਆ। ਦੀਪਕ ਇਤਨਾ ਕਮਜ਼ੋਰ ਹੋ ਗਿਆ ਸੀ ਕਿ ਪਛਾਣਿਆ ਨਹੀਂ ਸੀ ਜਾਂਦਾ। ਦੂਜੇ ਦਿਨ ਜਦ ਮਹਿੰਦਰ ਦੀਪਕ ਦੀ ਕੋਠੜੀ ਵਿੱਚ ਗਿਆ ਤਾਂ ਦੀਪਕ ਸੁੱਤਾ ਹੋਇਆ ਸੀ। ਪੁੰਜੇ ਇੱਕ ਖੁੱਲ੍ਹੀ ਹੋਈ ਚਿੱਠੀ ਪਈ ਸੀ, ਕੋਲ ਹੀ ਇੱਕ ਲਿਫਾਫਾ ਵੀ। ਮਹਿੰਦਰ ਨੇ ਪੜ੍ਹਨੀ ਸ਼ੁਰੂ ਕੀਤੀ। ਦੀਪਕ ਜੀ, ਆਹ 2 ਮਹੀਨੇ 2 ਮਿੰਟਾਂ ਵਾਂਗ ਬੀਤ ਗਏ ਸਨ, ਪਰ ਜੁਦਾਈ ਦੇ ਇਹ ਕੁਝ ਘੰਟੇ ਸਦੀਆਂ ਲੰਬੇ ਹੋ ਗਏ ਹਨ। ਕੀ ਤੁਸੀਂ ਮੇਰੀ ਹਾਲਤ ਦਾ ਅੰਦਾਜ਼ਾ ਲਾ ਸਕਦੇ ਹੋ? ਇਹ ਬੀਤੇ 60 ਦਿਨ ਜਿਨ੍ਹਾਂ ਦਾ ਇੱਕ ਇੱਕ ਪਲ ਸਾਡੀਆਂ ਬਾਹਾਂ ਵਿੱਚ ਜਕੜਿਆ ਰਿਹਾ, ਇਸ ਦੀ ਯਾਦ ਮੇਰੇ ਹਿਰਦੇ ਵਿੱਚ ਤੂਫਾਨ ਪੈਦਾ ਕਰ ਰਹੀ ਹੈ। ਅੱਜ ਮੈਂ ਪਛਤਾਵੇ ਦੇ ਹੰਝੂਆਂ ਨਾਲ ਸੋਚਦੀ ਹਾਂ ਕਿ ਮੈਂ ਇਹ ਕੀ ਕੀਤਾ। ਤੁਸੀਂ ਮੇਰੇ ਆਦਰਸ਼ ਤੇ ਸੁੱਚੇ ਪ੍ਰੇਮ ਨੂੰ ਆਪਣੀਆਂ ਕਾਮਨਾਵਾਂ ਦਾ ਸ਼ਿਕਾਰ ਬਣਾ ਕੇ ਮੇਰੇ ਜੀਵਨ ਵਿੱਚ ਇੱਕ ਭਾਰੀ ਖਤਰੇ ਦਾ ਅਹਿਸਾਸ ਪੈਦਾ ਕਰ ਦਿੱਤਾ ਹੈ। ਮੈਂ ਬੜੇ ਸਹਿਜ ਭਰੇ ਦਿਲ ਨਾਲ ਸੋਚਦੀ ਹਾਂ, ਇਸ ਦਾ ਆਖਰ ਕੀ ਸਿੱਟਾ ਹੋਵੇਗਾ। ਅੱਜ ਮੇਰੇ ਦਿਲ ਵਿੱਚ ਨਾ ਉਹ ਕਾਵ ਤਰੰਗਾਂ ਹਨ, ਨਾ ਤੁਹਾਡੀ ਉਹ ਪੂਜਨੀਕ ਪ੍ਰਤਿਮਾ। ਤੁਹਾਡਾ ਪਿਆਰ ਅੱਜ ਵੀ ਉਸੇ ਤਰ੍ਹਾਂ ਹਿਰਦੇ ਵਿੱਚ ਉਮੜ ਰਿਹਾ। ਪਰ ਚਿੱਠੀ ਬਹੁਤ ਲੰਬੀ ਸੀ, ਪਰ ਮਹਿੰਦਰ ਇਸ ਤੋਂ ਅੱਗੇ ਨਾ ਪੜ੍ਹ ਸਕਿਆ। ਉਸ ਦਾ ਸਰੀਰ ਮੁੜਕੇ ਨਾਲ ਗੜੁੱਚ ਹੋ ਗਿਆ। ਪਹਿਲਾਂ ਉਸ ਦੀ ਸਲਾਹ ਹੋਈ ਕਿ ਦੱਬੇ ਪੈਰੀਂ ਕਮਰੇ ਵਿੱਚੋਂ ਨਿਕਲ ਕੇ ਰਾਤ ਦੀ ਗੱਡੀ ਹੀ ਚੁੱਪ ਚੁਪਾਤਾ ਲਾਹੌਰ ਚਲਾ ਜਾਵੇ, ਪਰ ਅੰਦਰੋਂ ਆਤਮਾ ਨੇ ਲਾਹਨਤਾਂ ਦੀ ਬੁਛਾੜ ਪਾਈ। ਉਹ ਮਕਾਰ, ਉਹ ਵਿਸ਼ਵਾਸਘਾਤੀ, ਪ੍ਰਾਸ਼ਚਿਤ ਕਰ ਪ੍ਰਾਸ਼ਚਿਤ। ਤੇ ਉਹ ਸੁੱਤੇ ਹੋਏ ਦੀਪਕ ਦੇ ਪੈਰਾਂ 'ਤੇ ਸਿਰ ਰੱਖ ਕੇ ਚਲਾਇਆ। ਦੀਪਕ, ਦੀਪਕ, ਮੈਨੂੰ ਮਾਫ਼ ਕਰ, ਮੈਂ ਤੇਰਾ ਚੋਰ ਹਾਂ, ਤੇਰੀ ਰੂਪ ਕੁਮਾਰੀ ਦਾ ਡਾਕੂ। ਪਰ ਦੀਪਕ ਨਾ ਹਿੱਲਿਆ, ਨਾ ਬੋਲਿਆ। ਦੀਪਕ ਦੀ ਲਾਟ ਜਿਹੜੀ
ਹਜ਼ਾਰਾਂ ਝੱਖੜ ਝੋਲਿਆਂ ਵਿਚਾਲੇ ਲੱਟ ਲੱਟ ਬਲਦੀ ਰਹੀ ਸੀ। ਵਿਸ਼ਵਾਸਘਾਤ ਦਾ ਇੱਕ ਨਿੱਕਾ ਜਿਹਾ ਬੁੱਲਾ ਨਾ ਸਹਾਰੀ। ਬੁਝ ਗਈ। ਸਾਰੇ ਪਿੰਡ ਵਿੱਚ ਖਬਰ ਫੈਲ ਗਈ। ਉਸ ਦਾ ਹਾਰਟ ਫੇਲ ਹੋ ਗਿਆ, ਉਸ ਦਾ ਹਾਰਟ ਫੇਲ ਹੋ ਗਿਆ। ਧੰਨਵਾਦ।